हाँ जी, ਤੇ ਸਾਰੇ ਪੰਜਾਬ ਸਿਵਲ ਸਰਵਿਸਿਜ਼ ਐਸਪੀਰੈਂਟਸ ਲਈ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ, ਧਿਆਨ ਨਾਲ ਸੁਣਿਓ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੈਂ ਅਨਮੋਲ ਮਹਿਤਾ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨ ਆਇਆ। ਬਹੁਤ ਜ਼ਿਆਦਾ ਵਧੀਆ ਚੀਜ਼ ਹੁੰਦੀ ਹੈ ਪੰਜਾਬ ਇਕਨੋਮਿਕ ਸਰਵੇ ਜਾਂ ਫਿਰ ਪੰਜਾਬ ਆਰਥਿਕ ਸਰਵੇਖਣ 2019 ਤੇ 2020। ਇਹ ਪੇਪਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਬਿਕੋਜ਼ ਇਹਦਾ ਸਵਾਲ ਪ੍ਰੀਲਿਮ ਵਿੱਚ ਵੀ ਆਣਾ, ਮੇਨਸ ਵਿੱਚ ਵੀ ਆਣਾ, ਤੇ ਦੋਨੋਂ ਆਨਸਰ ਤੁਹਾਨੂੰ ਰੈਡੀਮੇਡ ਮਿਲ ਰਹੇ ਨੇ, ਰੈਡੀਮੇਡ ਇਨ ਦਿਸ economic survey itself. So you will be really blessed if you read this, and further blessed ਜੇ ਆਪਾਂ ਇਹਨੂੰ simplify ਕਰ ਦਾਂਗੇ। This would be simplified for you, really simple. This would be made really simple for you. ਆਪਾਂ ਕੀ ਕਰਨਾ, ਆਪਾਂ ਪਹਿਲਾਂ ਇਹਦਾ ਮਾਈਕਰੋ ਐਨਾਲਿਸਿਸ ਕਰਨਾ ਕਿ ਵੀ ਪੇਪਰ 'ਚ ਸਵਾਲ ਕਿੱਦਾਂ ਦੇ ਆ ਰਹੇ ਨੇ, ਤੇ ਤੁਹਾਡੇ ਪ੍ਰੀਲਿਮਸ 'ਚ ਕਿੱਦਾਂ ਦੇ ਆਉਂਦੇ ਨੇ, ਤੇ ਮੇਨਸ 'ਚ ਕਿੱਦਾਂ ਦੇ ਆਉਂਦੇ ਨੇ, ਤੇ ਉਹਦੇ ਬਾਅਦ ਕਿੱਥੇ ਸਵਾਲ ਲੁਕੋਏ ਹੋਏ ਨੇ, ਰਾਈਟ। ਸੋ ਇਹ ਸਾਰਾ ਦਾ ਸਾਰਾ ਆਪਾਂ ਪੰਜਾਬ ਸਿਵਲ ਸਰਵਿਸ ਦੇ ਲਈ ਇਕਨੋਮਿਕ ਸਰਵੇ ਨੂੰ ਜਦ ਕਵਰ ਕਰਨਾ, ਤੇ ਆਪਾਂ ਅਪਰੋਚ ਕੀ ਰੱਖਣੀ ਹੈ। ਤੁਹਾਡੇ ਲਈ ਤੁਸੀਂ ਕੁਝ ਨਹੀਂ ਕਰਨਾ, ਘਰੇ ਬਹਿ ਕੇ ਇੰਜੋਏ ਕਰਨਾ ਤੇ ਆਰਾਮ ਨਾਲ ਵੀਡੀਓ ਦੇਖ ਕੇ ਨਾਲ ਮਾੜਾ ਮੋਟਾ ਸਕ੍ਰਿਬਲ ਕਰਦੇ ਰਹਿਣਾ। ਬਾਕੀ PDF ਨੋਟਸ ਤੁਹਾਨੂੰ ਇੰਗਲਿਸ਼ 'ਚ ਵੀ ਮਿਲਣਗੇ, ਪੰਜਾਬੀ 'ਚ ਵੀ ਮਿਲਣਗੇ, ਤੇ PPT ਪ੍ਰੈਜੈਂਟੇਸ਼ਨਸ ਜਿੰਨੀ ਵੀ ਹੋਣਗੀਆਂ ਉਹ ਬਾਇਲਿੰਗੁਅਲ ਐਕਸਪਲੇਨੇਸ਼ਨਸ ਹੋਣਗੀ। I'll try to explain in both Punjabi as well as English. So you need not worry at all. And after every chapter you will have questions related with it. कि केड़े question ਇਹਦੇ ਤੋਂ possible ਹੈ prelims ਵਿੱਚ, so that I can help you pass the prelims, I can aid your preparation. So further the approach would be, we will try to go for micro analysis. ਇੱਕ ਗੱਲ ਸੁਣ ਕੇ ਦੇਖੋ, ਛੋਟੇ ਜਿਹੇ 4-5 ਪੇਜਾਂ 'ਚ RBI ਦਾ ਟੌਪਿਕ ਹੁੰਦਾ। RBI Reserve Bank of India, every year one question appears from, at least one question appears from those 3, 4, 5 pages. So isn't it simple? So first we should go for the micro analysis of the examination. So let's go for that first. So ਆਪਾਂ analysis ਕਰਨਾ economy ਦਾ from before 2018 and 2018 ਦੇ ਪੇਪਰ ਦਾ। This is we are looking at the trends. ਇੱਕ ਸਾਲ ਦੇ ਪੇਪਰ ਨਾਲ ਕੋਈ ਵੀ ਟ੍ਰੈਂਡ ਨਹੀਂ ਪਤਾ ਲੱਗਦਾ, ਇੱਕ ਸਾਲ ਮਾਈਟ ਬੀ ਐਨ ਐਕਸੈਪਸ਼ਨ। ਸੋ ਆਪਾਂ ਪਿਛਲੇ ਵਾਲੇ ਪੇਪਰ ਤੇ 2018 ਦੇ ਪੇਪਰ ਨੂੰ ਕੰਪੇਅਰ ਕਰਕੇ 2020 ਵਾਲੇ ਪੇਪਰ ਨੂੰ ਆਪਾਂ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਰਾਈਟ। ਸੋ ਸਭ ਤੋਂ ਪਹਿਲਾਂ ਜੀ ਆਪਣੇ ਕੋਲ ਹੁੰਦਾ ਸੀ, we had this money and banking as the heaviest component, but now it is no longer the heaviest. Schemes and current is the heaviest with 8 questions out of the 16 questions pertaining to economics. 8 question ਸਕੀਮਸ ਤੇ ਕਰੰਟ ਵਿੱਚੋਂ ਆਏ ਹੈ। ਆਪਾਂ ਹਲੇ ਕੁਐਸਚਨ ਵੀ ਦੇਖਾਂਗੇ, ਡੋਂਟ ਵਰੀ। ਸੋ ਪਹਿਲਾਂ ਮਨੀ ਬੈਂਕਿੰਗ ਫਾਈਨਾਂਸ ਇੰਪੋਰਟੈਂਟ ਹੁੰਦਾ ਸੀਗਾ, ਆਲਦੋ ਹਲੇ ਵੀ ਇੰਪੋਰਟੈਂਟ ਹੈਗਾ, ਬਟ ਸਕੀਮਸ ਨੂੰ ਯਾਦ ਕਰਨਾ ਜ਼ਿਆਦਾ ਜ਼ਰੂਰੀ ਹੋ ਗਿਆ। ਇਹ ਸਕੀਮਸ ਕਿੱਥੇ ਦਿੱਤੀਆਂ? ਇਕਨੋਮਿਕ ਸਰਵੇ 'ਚ ਦਿੱਤੀਆਂ ਹੋਈਆਂ। ਦੈਟ ਇਜ਼ ਵਾਈ ਇਟ ਹੈਜ਼ ਬਿਕਮ really ਵਾਈਟਲ। ਸੈਕਿੰਡ ਪੁਆਇੰਟ, ਐਕਸਟਰਨਲ ਸੈਕਟਰ ਨੂੰ ਇਗਨੋਰ ਕੀਤਾ ਜਾਂਦਾ ਸੀ 2013 ਤੱਕ, ਬਟ 15 'ਚ ਬੇਸਿਕ ਕੁਐਸਚਨ ਆਇਆ। ਸੋ ਹੁਣ ਉਹਨਾਂ ਨੇ ਕੀ ਕੀਤਾ, ਥੋੜੇ ਜਿਹੇ ਔਖੇ ਕੁਐਸਚਨ ਪੁੱਛ ਲਏ। 2 ਸਵਾਲ ਹੀ ਨੇ, ਬਟ ਥੋੜੇ ਜਿਹੇ ਔਖੇ ਪੁੱਛ ਲਏ। ਵੀ ਲੁੱਕ ਐਟ them, but external sector has 2 questions, but they were in the medium to difficult category. How we'll see, right? Next, agriculture। ਯਾਰ ਜਿਹੜੇ ਵੀ ਪੰਜਾਬ ਵਾਲੇ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਨਾ, ਐਗਰੀਕਲਚਰ ਰਿਲੇਟਡ ਕੁਐਸਚਨ ਤਾਂ ਆਣਾ ਹੀ ਆਣਾ, ਇੱਕ ਸਵਾਲ ਤਾਂ ਆਣਾ ਹੀ ਆਣਾ। ਸੋ ਨਾਓ ਐਗਰੀਕਲਚਰ ਰਿਲੇਟਡ ਸਵਾਲ ਸਟਿਲ ਦੇਅਰ। MSP ਤੇ ਆਇਆ ਸੀਗਾ, who decides MSP, we'll look at it. So where do we have to prepare that? Again given in the economic survey. This is a wholesome document ਜਿਹਦਾ ਬਹੁਤ ਜ਼ਿਆਦਾ ਫਾਇਦਾ ਮਿਲ ਜਾਣਾ ਤੁਹਾਨੂੰ। Then next ਜੀ ਐਨਾਲਿਸਿਸ ਦੇ ਲਈ ਪੰਜਾਬ ਬੇਸਡ ਇਕਨੋਮਿਕ ਸਰਵੇ ਟਾਈਪ ਕੁਐਸਚਨ, ਜਿੱਥੇ ਬੋਡੀਜ਼ ਪੁੱਛੀਆਂ ਗਈਆਂ ਉਹ ਟ੍ਰੈਂਡ ਕੰਟੀਨਿਊ ਕਰ ਰਿਹਾ ਕਿ ਬਈ ਇਹ ਵਾਲੀ ਬੋਡੀ ਕੀ ਕਰਦੀ ਹੈ, ਉਹ ਵਾਲੀ ਬੋਡੀ ਕੀ ਕਰਦੀ ਹੈ। ਅਗੇਨ ਗਿਵਨ ਇਨ ਇਕਨੋਮਿਕ ਸਰਵੇ, right? Further, the last point in micro analysis, as I said, RBI and monetary policy based questions. The trend has continued. So RBI and monetary policy become really important. So this is called focused preparation. Focused preparation ਦਾ ਮਤਲਬ ਕੀ ਹੋਇਆ ਕਿ ਮੈਨੂੰ ਪਤਾ ਮੈਂ ਸਾਰੀਆਂ ਕਿਤਾਬਾਂ ਨਹੀਂ ਚੱਟ ਜਾਣੀਆਂ। I know what to read, I know what not to read. So I will try to minimize your sources, I will try to maximize your results. This is called micro analysis, micro focus. So now let's look at the questions.
Just a second. So questions, there were 16 questions. 16 questions were devoted in PPSC GS 1 2018 to economics. 16 question is a big number. So we need to be wary of that कि ਆਪਾਂ करनी economics ढंग नाल ते focus preparation करनी है. Although कईयां नूं थोड़ा जिहा weak लगदा economics की बई technical चीज़ है, बट ਆਪਾਂ ਇਹਨੂੰ बहुत ही ज़्यादा आसानी नाल समझना. ਪਹਿਲਾਂ ਪੁਰਾਣੇ ਸਾਲ ਦੇ ਪੇਪਰ ਦੇ ਕੁਐਸਚਨ ਦੇਖ ਲੈਣੇ ਵੀ ਸਾਨੂੰ ਪਤਾ ਲੱਗੇ ਹੋ ਕੀ ਰਿਹਾ, ਕੀ ਤਿਆਰੀ ਕਰਨੀ ਹੈ. ਸੋ ਫਰਸਟ ਕੁਐਸਚਨ ਆਇਆ ਸੀਗਾ ਜੀ from this topic, budgeting, fiscal monetary policy. This was the question, who recommends the MSP and issue price? We should know this. This is given directly in any basic book. So answer here becomes Commission for Agricultural Costs and Prices. ਜੇ ਤੁਹਾਨੂੰ ਆਨਸਰ ਪਤਾ ਹੈ ਤਾਂ ਵੀਡੀਓ ਸਟਾਪ ਕਰਕੇ ਪਹਿਲਾ ਆਨਸਰ ਦੇ ਲਓ. ਮੈਂ ਨਾਲ ਲਿਖੇ ਹੋਏ ਨੇ, ਬਟ ਤੁਸੀਂ ਜੇ ਦੇਈ ਜਾਓਗੇ ਜੇ ਗਲਤ ਹੋਇਆ ਆਨਸਰ ਤਾਂ ਤੁਹਾਨੂੰ ਬੈਟਰ ਪ੍ਰੈਪਰੇਸ਼ਨ ਯਾਦ ਰਹਿਣਾ ਕਿ ਯਾਰ ਉੱਥੇ ਗਲਤ ਹੋਇਆ ਸੀਗਾ. Right. So next question, which of the following is not a Maharatna company? A is GAIL, Coal India, SAIL and Airport Authority. So Airport Authority is not a Maharatna company. Tell me what is a Maharatna company. If you know it, please comment in the comment section below. So next question ji, next topic आ जाता इत्थे. External sector. India has been re-elected to UN Economic and Social Council, ECOSOC. Which of the statements are true in this regard? India will hold a 5-year term. A country requires 1/3 of total votes to become a member of ECOSOC. Which of the above are true? ये वाला question यार थोड़ा जिहा tricky हो जाता. 1 only, 2 only, both, none. So either you know both the statements or you don't attempt it. But in PCS you have to attempt it because there is this no negative marking. So what is the answer over here? Both 1 and 2, because India will hold a 5-year term beginning from January 2018. की पता है इस बारी ending आ जाए तो ध्यान रखियो. And a country requires 1/3 of total votes to become a member of ECOSOC. So India is now a member of ECOSOC and it has been recently, this time किदे ते elect होया, please मैनू दस्सियो comment section च. UN दी एक body च elect होया as a non-permanent member. This is a clue. So please tell me. So next question ji, which of the following was the latest member of group of advanced nations G7 which made it into G8? Last member केड़ा सीगा जी? Russia. Now there are problems after that Crimea thing and Ukraine problem, but Russia was the latest member, right? So I hope you are getting the analysis, you are getting the ideas, we are trying to do the questions. So next question, this is from Money Banking Finance. इना चो किद्दां दे question आंदे ने. Look at this. Deficit financing means that the government borrows money from. Where does it borrow money from? The government would borrow money from the RBI. Deficit financing basically की चीज़ है जी, RBI तो पैसा print करा के ले रहे ने. So these are the very very simple questions which we should always answer correctly. If we are not able to guess it, we need to study. And don't worry यार, आप बहुत ज़्यादा simplify कर देना जब explain करांगे. So just looking at the questions, you try to just focus on the areas which are important. So next, with reference to Bharat 22, which of the following are correct? What is Bharat 22 यार? ETF है. हुन ETF की हुंदा? If you know it, again please comment, or through the lectures I will cover. Then it is an unmarketable security. पहला तो negative word है. Negative word ज़्यादातर गलत हो जाता bureaucracy च. Then this is aimed at helping speed up the government's disinvestment program. So what is correct? 1 and 3, because it is a marketable security. ETF जो market च नहीं trade होएगा तो उसका फायदा की होया? Exchange traded fund. When it is traded, how it can be unmarketable? It is traded because it is traded in the market, so hence it is marketable. Question च ही answer लिखा होया, जे ध्यान नाल देखो, right? So then going further जी, next question, which of the following is incorrect regarding the RBI governor? RBI का एक और सवाल देखो. So he is part of the search cum selection committee for members of MPC. He heads the MPC. He represents India in WTO conference. Oh नहीं 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 नहीं. Why would the WTO conference would be represented by RBI? It is not bankers conference. It is trade conference. कौन represent करता है इंडिया नू? तुसी हुन comments च दस्सियो please.
मैं सारे ਨੂੰ ਸਵਾਲ ਦੇ ਕੇ ਜਾ ਰਹੇ ਹਾਂ, ਤੁਹਾਡੇ ਕੰਮ ਆਵਣਗੇ ਉਹ। try answering those, I will be sitting with you, right? So don't worry, just try and answer ji. So what is the answer over here? C. He does not represent India at WTO conference, but फिर भी आंसर करते हुए फोर्थ ऑप्शन भी देख लेना, he has casting vote in MPC। ਤਾਂ ਇਹ ਤਿੰਨ ਸਹੀ ਨੇ, ਇਹਨਾਂ ਨੂੰ ਨੋਟ ਕਰ ਲਓ ਵੀ ਇਹ ਤਿੰਨ ਚੀਜ਼ਾਂ MPC ਲਈ ਸਹੀ ਨਹੀਂ। might be that the right or wrong options might form question next year, so please pay attention on the wrong options as well. Then stagflation, another question from monetary policy. What is stagflation? Very very simple concept, high inflation combined with high unemployment is a very very bad situation for the poor. गरीब बंदे हमेशा स्टैगफ्लेशन च फस जाते हैं, सो दैट इज़ वाई दिस इज़ वेरी वेरी बैड कंडीशन। ये नहीं पता था, वील एक्सप्लेन, डोंट वरी अबाउट दैट। सो गोइंग फर्दर जी, करंट अफेयर्स रिलेटेड क्वेश्चंस, ये GST रजीम ते आया, ये थोड़ा जिहा औखा है यार। पर कैपिटा रेवेन्यू स्टार्टिंग विद हाईएस्ट टू द लोएस्ट इन द डिसेंडिंग ऑर्डर, इनू जे तुसी इनसर्कल नहीं कर रहे तो फिर यार एक क्वेश्चन आंसर करते करते आप गलत कर देना। सो वी शुड नो दिस, probably this is a tough question to answer. Haryana, Maharashtra, Karnataka and Punjab is the correct descending order, not ascending, descending order, right? So we should underline these, and this kind of datagiri questions are coming from where? Are motivated by UPSC question paper. The UPSC is asking these kind of questions and their number is increasing. So we may expect in 2020 PCS exam more of these datagiri type questions. So please pay attention to data which would be available where? Again in the economic survey, right? Going further ji, the government has powers under the Essential Commodities Act to declare a commodity as essential to ensure its availability to people at fair price. The commodity is covered. ये वाला question यार, ये वाली एक्ट ना कोविड ਦੇ ਨਾਲ बहुत ज़्यादा ਜ਼ਰੂਰੀ ਹੋ ਗਈ ਹੈ। ਆਪਾਂ ਮਾਸਕ ਵੇਚਣ ਨੂੰ, ਸੈਨੀਟਾਈਜ਼ਰ ਵੇਚਣ ਨੂੰ ਇੱਦਾਂ ਡਿਕਲੇਅਰ ਕਰਤਾ ਸੀ। ਸੋ ਦਿਸ ਕੁਐਸਚਨ ਇਜ਼ ਇੰਪੋਰਟੈਂਟ ਦਿਸ ਈਅਰ ਐਜ਼ ਵੈਲ। ਅਰਾਊਂਡ ਦਿਸ ਐਕਟ ਕੁਐਸਚਨ ਮਾਈਟ ਬੀ ਦੇਅਰ ਔਰ ਆਈ ਹੋਪ ਵਿਲ ਬੀ ਦੇਅਰ। ਸੋ what are the things? Paper, is it covered? Yes it is. Hankian made is covered? Yes it is. Fertilizers? Yes it is. Petroleum and petroleum products? Yes it was. We'll cover the things which are now also covered. Cotton and jute seeds? Yes. So all of these are covered. 1, 2, 3, 4, 5, all is the answer over here. But this please mark it in your notes. पुराना सवाल हो गया बट ऐद की दोबारा आ सकता है, बहुत हाई प्रोबेबिलिटी है, तो प्लीज़ ध्यान रखियो, राइट? सो गोइंग फर्दर जी, with reference to Stand Up India scheme, which of the following are correct? Its purpose is to promote entrepreneurship among SC and ST women and women entrepreneurs. It provides for refinance through RBI. यार RBI refinance कदे स्कीम ਨੂੰ डायरेक्ट करदा है? Generally not, banks ਨੂੰ ਕਰਦਾ, right? So it is not RBI over here. Who refinances in this scheme? If you know, please comment. I'll give you the right answer next time, right? So answer over here is 1 only. So correct ਕਿਹੜਾ ਹੈ ਜੀ? Entrepreneurship of SC and STs and women entrepreneurs ਲਈ ਹੈ ਕਿਹੜੀ scheme? Stand Up India scheme. ਇਹਦੇ ਨਾਲ next question ਜੀ, which of the following is related to recently launched Innovate in India? Are you able to see not the question only but the pattern? Schemes ਤੇ questions ਆ ਰਹੇ ਨੇ ਤੇ ਜਿਹੜੀ ਉਸ ਸਾਲ ਨਵੀਂ ਆ ਰਹੀ ਨੇ, in news ਨੇ, ਉਹਨਾਂ ਤੇ question ਆ ਰਹੇ ਨੇ। That is what we'll try ਕਿ ਆਪਾਂ ਇਹ ਸਾਰੀ ਸਕੀਮਸ ਨੂੰ ਕੰਪਰੀਹੈਂਸਿਵਲੀ ਇੱਕ ਵਾਰੀ ਤਿਆਰ ਕਰ ਲਈਏ। ਤੁਸੀਂ ਕੁਝ ਨਹੀਂ ਕਰਨਾ, ਮਿਹਨਤ ਨਹੀਂ ਕਰਨੀ, ਕਿਸੇ ਅਖਬਾਰ ਨੂੰ ਨਹੀਂ ਲੱਭਣਾ, ਕਿਸੇ ਨੂੰ ਨਹੀਂ ਲੱਭਣਾ, ਇਹ ਸਰਵੇ ਚੋਂ ਕੱਢ ਕੇ ਤੁਹਾਨੂੰ ਰੈਡੀਮੇਡ ਮਟੀਰੀਅਲ, ਰੈਡੀਮੇਡ ਡਿਲੀਵਰੀ ਮਿਲ ਜਾਣੀ। ਤੁਸੀਂ ਬਸ ਇੱਕ ਚੀਜ਼ ਕਰਨੀ ਹੈ, ਆਪਣਾ ਨਾਲ ਦੇ ਨਾਲ ਫੋਕਸਡ ਵੇ 'ਚ, ਡਿਸਪਲਿਨਡ ਵੇ 'ਚ ਕਲਾਸਾਂ ਲਾਈ ਜਾਣੀ ਹੈ, right? So going further, which of the following is related to recently launched Innovate in India scheme? So this is National Biopharma Mission. National Biopharma Mission, right? So this is the next question. The Zero Hunger Program. Consider the following statements. India's ambitious Zero Hunger Program through interventions in farm sector was launched with a focus on agriculture, nutrition and health. This is dedicated farm-based program in synchronization with sustainable development goals to end hunger. These SDGs are again important.
The survey is full of them. We'll prove through the classes. Then this program is an initiative of Indian Council of Research. All of these statements are correct. All of these statements are correct. You may note them about this Zero Hunger program, and please definitely note down the pattern. Another scheme. Then next, the seasonally adjusted Nikkei Index India Services Business Activity Index. ਇਹ ਸੁਣਿਆ ਹੋਣਾ, ਨਿਊਜ਼ 'ਚ ਰਹਿੰਦਾ, ਬਾਰ-ਬਾਰ ਨਿਊਜ਼ 'ਚ ਰਹਿੰਦਾ. So has shown robust growth in service sector. The index has risen to 52.6, registering the fastest growth since. ਇਹ ਥੋੜਾ ਜਿਹਾ tough question ਹੈ because ਇਹ ਨਿਊਜ਼ ਤੋਂ ਡਾਇਰੈਕਟ ਨਿਊਜ਼ਪੇਪਰ 'ਚੋਂ ਚੱਕ ਕੇ ਹੈਡਲਾਈਨ ਦਈ ਹੋਈ ਹੈ. So that also we'll try to cover. So answer over here was June 2017. But this data now becomes a little bit irrelevant for us. But we should have this. Fastest growth was since June 2017. But we should now pay attention not on this data but on this index. Who publishes this? Please mention again in the comment section. So going further ji. ਪੰਜਾਬ ਗੌਰਮੈਂਟ ਹੈਜ਼ ਬੌਟ ਇਨ ਅ ਨਿਊ ਟੈਕਸ. ਇਸ ਸਾਲ ਵੀ ਇੱਕ ਨਵਾਂ ਟੈਕਸ ਆਇਆ ਤਾਂ ਫਿਰ ਸਵਾਲ ਆ ਸਕਦਾ ਉਸ ਸਾਲ ਕਿਹੜਾ ਆਇਆ ਸੀਗਾ ਜੀ, ਡਿਵੈਲਪਮੈਂਟ ਟੈਕਸ, ਤੇ ਆਨਸਰ ਇਹਦਾ ਡਿਵੈਲਪਮੈਂਟ ਟੈਕਸ ਸੀਗਾ. ਕੁਐਸਚਨ ਤੁਸੀਂ ਪੌਜ਼ ਕਰਕੇ ਪੜ੍ਹ ਸਕਦੇ ਹੋ, ਰਾਈਟ. ਉਹਦਾ ਆਨਸਰ ਡਿਵੈਲਪਮੈਂਟ ਟੈਕਸ ਸੀਗਾ. ਦੈਨ ਇਕਨੋਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਸ ਵਾਰੀ ਵੀ ਸਰਵੇ 'ਚ ਹੈਗੀ ਹੈ. So answer again is both 1 and 2. You can go slowly through the questions. मेरा काम question थोनू question दिखाना ते answer दिखाना नहीं है. मेरा काम थोनू pattern समझाना है. This is a wider picture, not a narrow picture. So please remember that. So going further जी ਆਪਾਂ economic survey जी ਦੀ ਗੱਲ ਕਰੀਏ ਤਾਂ ਪੰਜਾਬ ਗਵਰਨਮੈਂਟ 'ਚ ਪਹਿਲਾ ਸਵਾਲ ਦੇਖੋ ਆ ਗਈ, ਡਿਪਾਰਟਮੈਂਟ ਇਕਨੋਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ, ਡਿਪਾਰਟਮੈਂਟ ਆਫ ਪਲੈਨਿੰਗ, ਗਵਰਨਮੈਂਟ ਆਫ ਪੰਜਾਬ. ਸੋ ਦਿਸ ਇਜ਼ ਵਟ ਬਿਕਮਸ ਈਜ਼ੀ. ਸੋ ਪਹਿਲਾ ਸਵਾਲ ਤਾਂ ਇੱਥੋਂ ਹੀ ਆ ਜਾਂਦਾ ਯਾਰ, ਸਿੰਪਲ. ਕਿੰਨੇ ਬਣਾਇਆ ਸਰਵੇ, ਹੈ ਕੀ ਹੈ ਸਰਵੇ ਜੀ, ਇਕਨੋਮਿਕ ਡਿਵੈਲਪਮੈਂਟਸ ਐਂਡ ਕੀ ਗਵਰਨਮੈਂਟ ਇਨੀਸ਼ੀਏਟਿਵਸ ਜਿਹੜੇ ਐਡਰੈਸ ਕਰ ਰਿਹਾ ਉਹਦੇ ਲਈ ਇੱਕ ਕੰਪਰੀਹੈਂਸਿਵ ਕ੍ਰਿਟੀਕਲ ਡਾਕੂਮੈਂਟ ਹੈਗਾ. ਸੋ ਦਿਸ ਵੁੱਡ ਬੀ ਅ ਕ੍ਰਿਟੀਕਲ ਡਾਕੂਮੈਂਟ ਐਕਸਪਲੇਨਿੰਗ ਦੀ ਪ੍ਰੀਵੀਅਸ ਈਅਰ. ਸਰਵੇ ਬੇਸਿਕਲੀ ਇਹੀ ਹੁੰਦਾ ਨਾ ਕਿ ਪਿਛਲੇ ਸਾਲ ਕੀ ਕੁਛ ਹੋਇਆ, ਇਸ ਸਾਲ ਆਪਾਂ ਕੀ ਕਰਨਾ ਤੇ ਫਿਊਚਰ ਪ੍ਰੋਬਲਮ ਨੂੰ ਸੋਲਵ ਕਰਨ ਲਈ ਕੀ ਹੈ. ਸੋ बैकवर्ड लिंकेज भी हैगी, प्रेजेंट भी हैगा, फॉरवर्ड लिंकेज भी हैगा. सो दिस इज़ वेरी 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 यूजफुल फॉर प्रीलिम्स एज वेल एज मेन्स एज वेल एज योर इंटरव्यू. सो ਇਹਦੇ ਤੇ ਧਿਆਨ ਦੇਣਾ ਬਹੁਤ ਜ਼ਿਆਦਾ ਮਸਟ ਹੈਗਾ. ਸੋ ਹੁਣ ਥੋੜੀ ਜਿਹੀ ਜੇ ਗੱਲ ਕਰੀਏ ਆਪਾਂ ਕਰਨਾ ਕੀ ਹੈ, 8 ਚੈਪਟਰ ਨੇ ਐਤਕੀ ਸਰਵੇ 'ਚ, ਇਹ ਅੰਗਰੇਜ਼ੀ 'ਚ ਤੇ ਆਪਣੇ ਸਰਵੇ ਇਜ਼ ਇਨ ਪੰਜਾਬੀ ਐਜ਼ ਵੈਲ. ਸੋ ਯੂ ਵਿਲ ਗੈਟ PDF for both and bilingual explanation along with questions, practice questions. So ਸਾਨੂੰ ਕੁਛ ਨਹੀਂ ਕਰਨਾ, just relax and look at it in a disciplined manner. I hope ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਕਿ ਅਪਰੋਚ ਕੀ ਨੇ ਤੇ ਆਪਾਂ ਕੀ ਕਰਨ ਵਾਲੇ ਨੇ. So please continue following. Thank you so much. I'll see you next time.